एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जोगाद सच है भी सच नानक होसी भी सच। दद्दा दोष ना द्यो किसे दोष कर्मा अपनिया जो मैं किया सो मैं पाया दोष न दीजै अवरजना। साध संग तरे भै सागर हर हर नाम सिमर रत्नागर। जुगो जुग अटल चवर तखत छत्र दे मालक धन धन श्री गुरु ग्रंथ साहिब जी महाराज जी दी पावन गोद विच बैठ के गुरबाणी कथा कीर्तन गुरमत विचारा सरवण करके अपने जीवन नू सफल कर रही गुरु प्यारी सत संगत जी सतगुरां दी बख्शी हुई फतेह सांझी करिए। वाहिगुरु जी का खालसा वाहिगुरु जी की फतेह। गुरमुखो आप सारे वडभागी हाँ कि आपां नूं सत्संग करन दा सुभाग प्राप्त होया है। ये सतगुरु दी किरपा है कि सतगुरु ने आपां नूं बुला के अपनी गोद विच बैठ के अपना उपदेश सरवण करन दा मौका दिता। गुरमुखो परमात्मा ने संसार की रचना ऐसी रची है कि जिस अंश का भी अंशी है जिस तत्त का भी कोई अंश है उस तत्त नूं मिलण वास्ते उतावला रहिंदा है। जब तक उस विच मिल नहीं जाता तब तक उसनूं टकाओ सहज नहीं पाउंदा। जिस तरह पानी नूं पता है पानी समुद्र नूं मिलण वास्ते उतावला है उसनूं पता है या नहीं पर उन्होंने सुभाव परमात्मा ने बनाया है वो नीवें पासे नूं वहिंदा है। उसकी सोच है कि समुद्र नीवें पासे है। धरती की मिट्टी की बनी हुई कोई भी वस्तु उन्होंने आपां जिन्ना मर्जी आसमान विच उछाल दईए तो जब तक आके वो थले धरती ते ना टिक जावे तब तक टकाओ विच सहज विच नहीं आउंदी। आसमान विच जिन्ना चिर हुंदी है उन्ना चिर उच्ची नीवी हिलदी डुलदी रहिंदी है पर जदों वो धरती ते आके टिक जाती है तो बिल्कुल सहज हो जाती है। तो ठीक इस तरह ये जिहड़ी जीव आत्मा है परमात्मा दी अंश जीव आत्मा जद तक ये परमात्मा दे विच अभेद ना हो जाए उसका इसनूं अनुभव ना हो जाए तब तक स्थिर नहीं होंदी। भय विच रहिंदी है डर विच रहिंदी है डोलदी रहिंदी है। ते परमात्मा नूं अनुभव करन वास्ते मिलाप वास्ते जिहड़े साधन ने वो गुरुआं ने महापुरुषां ने जो दस्से ने वो है सरवण मनन निधिध्यासन अप्रोक्ष। सरवण का मतलब पहला सुनना फिर उसनूं मनना फिर उसनूं
ਵਿਚਾਰ ਕੇ ਨਿਧਿਆਸਨ ਕਰਨਾ ਤੇ ਅਪਰੋਕਸ਼ ਹੋ ਜਾਂਦਾ। ਕਈਆਂ ਗ੍ਰੰਥਾਂ ਦੇ ਵਿੱਚ ਸਰਵਣ ਕਰਨ, ਵਿਚਾਰ ਤੇ ਸੰਤੋਸ਼ ਇਹ ਵੀ ਕਿਹਾ ਹੈ ਕਿ ਪਹਿਲਾਂ ਕੰਨਾਂ ਦੇ ਨਾਲ ਸੁਣਨਾ ਤੇ ਫਿਰ ਉਹਦੀ ਵਿਚਾਰ ਕਰਨੀ। ਵਿਚਾਰ ਕੀ ਕਰਨੀ? ਸਤ ਕੀ ਹੈ ਤੇ ਅਸਤ ਕੀ ਹੈ, ਜੋ ਸਦਾ ਰਹਿਣ ਵਾਲਾ ਹੈ ਉਹ ਕੀ ਹੈ ਤੇ ਜੋ ਚਲਾਏਮਾਨ ਹੈ ਉਹ ਕੀ ਹੈ, ਤੇ ਮੈਨੂੰ ਕਿਹਦੇ ਵਿੱਚ ਆਪਣਾ ਮਨ, ਮੈਂ ਕਿਸ ਨੂੰ ਸਥਾਈ ਮੰਨਾਂ। ਇਹ ਨਿਰਣਾ ਲੈਣਾ, ਇਹਨੂੰ ਕਹਿੰਦੇ ਨੇ ਵਿਚਾਰ, ਤੇ ਗੁਰਮਤਿ ਵਿੱਚ ਇਹਨੂੰ ਵਿਵੇਕ ਵੀ ਕਿਹਾ ਹੈ। ਤੇ ਜਦੋਂ ਮਨੁੱਖ ਨੂੰ ਇਸ ਗੱਲ ਦਾ ਵਿਵੇਕ ਵਿਚਾਰ ਹੋ ਜਾਵੇ, ਸਤ ਕੀ ਹੈ ਤੇ ਅਸਤ ਕੀ ਹੈ, ਤੇ ਉਸ ਦੀ ਪਹਿਚਾਨ ਅਨੁਭਵ ਹੋ ਜਾਵੇ, ਤੇ ਇਸ ਵਾਸਤੇ ਪਹਿਲਾਂ ਪਰਮਾਤਮਾ ਦੇ ਸੰਬੰਧ ਵਿੱਚ ਸੁਣਨਾ ਪੈਂਦਾ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਮੁਬਾਰਕ ਕਲਮ ਨਾਲ ਪਰਮਾਤਮਾ ਦੀ ਪਹਿਚਾਨ ਲਿਖਦੇ ਨੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੰਗ ਰੂਪ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕੀਤ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦਾ ਕੋਈ ਖਾਸ ਚੱਕਰ ਨਹੀਂ, ਚੱਕਰ ਚਿਹਨ, ਉਹਦਾ ਕੋਈ ਤਿੱਖੇ ਨੈਣ ਨਕਸ਼ ਐਸਾ ਨਹੀਂ ਹੈ। ਚੱਕਰ ਚਿਹਨ ਅਰ ਰੂਪ ਰੰਗ, ਉਹਦਾ ਰੂਪ ਵੀ ਕੋਈ ਨਹੀਂ, ਉਹਦਾ ਰੰਗ ਵੀ ਕੋਈ ਨਹੀਂ। ਐਵੇਂ ਕਹਿ ਸਕਦੇ ਆਪਾਂ, ਜਿਸ ਤਰ੍ਹਾਂ ਜਿੰਨੇ ਸੰਸਾਰ ਦੇ ਖਾਦ ਪਦਾਰਥ ਨੇ, ਆਪਾਂ ਫਲ ਫਰੂਟ ਖਾਂਦੇ ਹਾਂ, ਉਹਨਾਂ ਸਾਰਿਆਂ ਦਾ ਕੋਈ ਨਾ ਕੋਈ ਰਸ ਹੈ, ਪਰ ਉਹ ਪੈਦਾ ਕਿੱਥੋਂ ਹੁੰਦੇ ਨੇ? ਧਰਤੀ ਵਿੱਚੋਂ। ਖੱਟੇ ਮਿੱਠੇ ਕੌੜੇ ਕਸੈਲੇ ਜਿੰਨੇ ਫਰੂਟ ਨੇ, ਜਿੰਨੇ ਫਲ ਸਬਜ਼ੀਆਂ ਨੇ, ਦਾਲਾਂ ਨੇ, ਉਹ ਸਾਰੀਆਂ ਪੈਦਾ ਹੁੰਦੀਆਂ ਨੇ ਧਰਤੀ ਵਿੱਚੋਂ, ਪਰ ਧਰਤੀ ਦਾ ਆਪਣਾ ਕੋਈ ਟੇਸਟ ਨਹੀਂ ਹੈ। ਆਪ ਉਹ ਨਿਰਟੇਸਟ ਹੈ, ਰਸ ਰਹਿਤ ਹੈ। ਪਰ ਦੂਜੇ ਪਾਸੇ ਸਾਰੇ ਰਸਾਂ ਦੀ ਜਨਨੀ ਵੀ ਧਰਤੀ ਹੀ ਹੈ। ਤੇ ਠੀਕ ਇਸ ਤਰ੍ਹਾਂ ਜੋ ਪਰਮਾਤਮਾ ਹੈ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਆਕਾਰ ਨਹੀਂ, ਤੇ ਦੂਜੇ ਪਾਸੇ ਸਾਰੇ ਰੂਪ ਉਸੇ ਦੇ ਹੀ ਨੇ, ਸਾਰੇ ਆਕਾਰ ਉਸੇ ਤੋਂ ਪੈਦਾ ਹੋਏ ਨੇ। ਐਸਾ ਪਹਿਲਾਂ ਪਰਮਾਤਮਾ ਦੇ ਸੰਬੰਧ ਵਿੱਚ ਸਰਵਣ ਕਰਨਾ, ਸਰਵਣ ਕਰਕੇ ਫਿਰ ਉਸ ਦੀ ਵਿਚਾਰ ਕਰਨੀ ਕਿ ਜਿਸ ਨੂੰ ਮੈਂ ਜਾਣਦਾ ਹਾਂ ਉਹ ਐਸਾ ਹੈ ਕਿ ਨਹੀਂ। ਭਗਤ ਕਬੀਰ ਜੀ, ਭਗਤ ਤੁਲਸੀਦਾਸ ਜੀ, ਬਿਨ ਸਤ ਸੰਗ ਨਾ ਹਰੀ ਕਥਾ, ਤਹਿ ਬਿਨ ਮੋਹ ਨਾ ਪਾਤ। ਤੁਲਸੀਦਾਸ ਜੀ ਕਹਿੰਦੇ ਨੇ ਕਿ ਸਤ ਸੰਗ ਤੋਂ ਬਗੈਰ ਪਰਮਾਤਮਾ ਦੀ ਕਥਾ, ਪਰਮਾਤਮਾ ਦੀ ਵਿਚਾਰ ਕਿਤੇ ਨਹੀਂ ਚੱਲੇਗੀ, ਤੇ ਜੇਕਰ ਸੁਣਨ ਵਾਸਤੇ ਨਹੀਂ ਮਿਲੇਗੀ ਤੇ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਿਸ ਤਰ੍ਹਾਂ ਹੋਵੇਗੀ। ਇਸ ਕਰਕੇ ਉਹ ਕਹਿੰਦੇ ਨੇ ਬਿਨ ਸਤ ਸੰਗ ਨਾ ਹਰੀ ਕਥਾ। ਸਤ ਸੰਗ ਤੋਂ ਬਗੈਰ ਹੋਰ ਕਿਸੇ ਵੀ ਇਕੱਠ ਵਿੱਚ, ਕਿਸੇ ਵੀ ਜਗ੍ਹਾ ਤੇ ਜਿੱਥੇ ਮਨੁੱਖ ਇਕੱਠੇ ਹੋਣ, ਉੱਥੇ ਪਰਮਾਤਮਾ ਦੀ ਕਥਾ ਨਹੀਂ ਚੱਲੇਗੀ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਸਤਸੰਗ ਨੂੰ ਛੱਡ ਕੇ ਜਿੱਥੇ ਵੀ ਮਨੁੱਖ ਇਕੱਠੇ ਹੋਣਗੇ, ਉੱਥੇ ਰਾਜ ਸਤਾ ਦੀ ਗੱਲ ਚੱਲੇਗੀ, ਤੇ ਜੇ ਰਾਜ ਸਤਾ ਦੀ ਗੱਲ ਸੁਣੇਗਾ ਤੇ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰੇਗਾ। ਰਾਜ ਮਾਲ ਕਹਿੰਦੇ ਨੇ ਧਨ ਦੌਲਤ ਖਜ਼ਾਨੇ ਨੂੰ, ਤੇ ਜੇ ਧਨ ਦੌਲਤ ਦੀ ਗੱਲਬਾਤ ਸੁਣੇਗਾ ਤੇ ਉਸ ਨੂੰ ਪਾਉਣ ਦਾ ਯਤਨ ਕਰੇਗਾ। ਰਾਜ ਮਾਲ ਰੂਪ ਜੋਬਨ, ਰੂਪ ਦੀ ਸੁੰਦਰਤਾ ਦੀ ਅਸੁੰਦਰਤਾ ਦੀ ਗੱਲ ਸੁਣੇਗਾ ਤੇ ਸੁੰਦਰਤਾ ਨੂੰ ਪਾਉਣ ਦਾ ਯਤਨ ਕਰੇਗਾ। ਰਾਜ ਮਾਲ ਰੂਪ ਜਾਤ ਜੋਬਨ, ਬਲ ਦੀ ਧਨ ਦੀ ਜਵਾਨੀ ਦੀ ਗੱਲ ਸੁਣੇਗਾ ਤੇ ਉਹਨੂੰ ਪਾਉਣ ਦੀ ਕੋਸ਼ਿਸ਼। ਕਹਿਣ ਤੋਂ ਭਾਵ ਕਿ ਸੰਸਾਰ ਦੇ ਵਿੱਚ ਕਿਤੇ ਵੀ ਮਨੁੱਖ ਇਕੱਤਰ ਹੋਣ, ਉੱਥੇ ਪਰਮਾਤਮਾ ਦੀ ਗੱਲ ਨਹੀਂ ਚੱਲੇਗੀ। ਪਰਮਾਤਮਾ ਦੀ ਗੱਲ ਚੱਲੇਗੀ ਕੇਵਲ ਤੇ ਕੇਵਲ
सतसंग विच। इस करके गुरमत दे विच सब तो महत्वपूर्ण है सतसंग। ते सतसंग किहड़ा है? सतसंग वो है जिथे केवल परमात्मा दे नाम दी विचार हो। जो अज पावन बचन धन श्री गुरु ग्रंथ साहिब जी ने बख्शिश कीते हैं, इहदे विच भी यही बयान किया है, साध संग तरे पै सागर। साधुआं दे संग विच तर के, साधुआं दे संग विच रल के कबीर जी सतसंग दे संबंध विच कहंदे ने कि जिहो जी मनुख नूं संगत होगी, मनुख ने ओहो जिहा ही हो जाना। भगत तुलसीदास जी कहंदे ने बिन सतसंग विवेक ना होई। सतसंग तो बगैर विवेक कहंदे ने विचार नूं, सत ते असत दी, करन वाले कर्म ते ना करन वाले कर्मां दी विचार जिहड़ी है, ये सतसंग तो बगैर बिन सतसंग विवेक ना होई, तुमरी किरपा ते पाव कोई कोई। ते सतसंग विच आके भी परमात्मा दी विचार सुन के उन्होंने कोई कोई विरले विरले बहुत घट ने ਜਿਹੜੇ ਪ੍ਰਾਪਤ ਕਰ ਪਾਉਂਦੇ ਨੇ। ਇਸ ਕਰਕੇ ਜੋ ਮਨੁੱਖ ਨੂੰ ਪ੍ਰਾਪਤ ਕਰਨ ਦਾ ਸਾਧਨ ਹੈ ਉਹ ਹੈ ਸਤਸੰਗ। ਤੇ ਸਤਸੰਗ ਸੁਣ ਕੇ ਫਿਰ ਮਨੁੱਖ ਦੇ ਕਰਮ ਬਦਲਦੇ ਨੇ। ਪਾਉਣਾ ਜੋ ਹੈ ਉਹ ਕਰਮਾਂ ਕਰਕੇ ਪਾਉਣਾ ਹੈ। ਜੇਕਰ ਮੈਂ ਪਰੇਸ਼ਾਨ ਹਾਂ ਤੇ ਇਹਦਾ ਮਤਲਬ ਹੈ ਕਿ ਮੈਂ ਪੂਰਬਲੇ ਕਰਮ ਚੰਗੇ ਨਹੀਂ ਕੀਤੇ, ਕਿਉਂਕਿ ਜਿਹਾ ਜਿਹਾ ਬੀਜਾਂਗੇ ਉਹੋ ਜਿਹਾ ਵੱਢਣਾ ਹੈ। ਜਿਹੜਾ ਬੀਜ ਧਰਤੀ ਦੇ ਵਿੱਚ ਪੈ ਗਿਆ ਉਹੋ ਹੀ ਅੰਕੁਰਿਤ ਹੁੰਦਾ ਹੈ। ਮੈਂ ਕਿਸੇ ਦੇ ਨਾਲ ਵਿਹਾਰ ਉੱਤੋਂ ਮਿੱਠਾ ਮਿੱਠਾ ਕਰਦਾ ਹਾਂ, ਵਿੱਚੋਂ ਵਿਰੋਧ ਕਰਦਾ ਹਾਂ, ਉਹ ਦੂਸਰਾ ਭਾਵੇਂ ਸਮਝੇ ਜਾਂ ਨਾ ਸਮਝੇ, ਪਰ ਪਰਮਾਤਮਾ ਜਿਸ ਨੇ ਫਲ ਦੇਣਾ ਹੈ ਉਹ ਤੇ ਸਮਝਦਾ ਹੈ ਨਾ। ਜਿਹੜਾ ਖੇਤ ਦੇ ਵਿੱਚ ਬੀਜ ਬੀਜਿਆ ਗਿਆ ਉਹ ਅੰਕੁਰਿਤ ਹੋਏਗਾ ਜਾਂ ਉੱਪਰ ਹੋਏਗਾ, ਉਹ ਜਾਨਵਰ ਚੁੱਕ ਕੇ ਲੈ ਜਾਂਦੇ ਨੇ। ਇਸ ਕਰਕੇ ਜੋ ਮਨੁੱਖ ਕਰਮ ਕਰਦਾ ਆਪਣੇ ਹਿਰਦੇ ਤੋਂ, ਜੇਕਰ ਅੱਜ ਮੈਂ ਪਰੇਸ਼ਾਨ ਹਾਂ ਤੇ ਇਹਦਾ ਮਤਲਬ ਹੈ ਕਿ ਜਿਹੜੇ ਮੈਂ ਪੂਰਬਲੇ ਕਰਮ ਬੀਜੇ ਨੇ ਉਹ ਚੰਗੇ ਨਹੀਂ ਸੀ। ਤੇ ਜੇ ਮੈਂ ਖੁਸ਼ ਹਾਂ, ਕਿਉਂਕਿ ਸ਼ੁਭ ਕਰਮਾਂ ਦਾ ਫਲ ਸੁਖ ਹੈ, ਪਾਪ ਕਰਮਾਂ ਦਾ ਫਲ ਦੁੱਖ ਹੈ। ਤੇ ਇਹ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਕਰਮ ਕਰਕੇ। ਜਿਸ ਤਰ੍ਹਾਂ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਕੋਈ ਮਨੁੱਖ ਇਨਸਾਨਾਂ ਵਾਲੇ ਕਰਮ ਕਰਕੇ ਇਨਸਾਨ ਬਣ ਜਾਂਦਾ ਹੈ, ਤੇ ਕੋਈ ਇਨਸਾਨਾਂ ਤੋਂ ਇਨਸਾਨੀਅਤ ਤੋਂ ਗਿਰੇ ਹੋਏ ਕਰਮ ਕਰਕੇ ਉਹ ਹੈਵਾਨ ਬਣ ਜਾਂਦਾ ਹੈ, ਸ਼ੈਤਾਨ ਬਣ ਜਾਂਦਾ ਹੈ, ਤੇ ਕੋਈ ਇਨਸਾਨਾਂ ਤੋਂ ਵੀ ਨਿਰਮਲ ਕਰਮ ਕਰਕੇ ਉਹ ਭਗਵਾਨ ਬਣ ਜਾਂਦਾ ਹੈ। ਗੱਲ ਕਰਮਾਂ 'ਤੇ ਡਿਪੈਂਡ ਹੈ। ਤੇ ਅੱਗੇ ਪ੍ਰਮਾਣ ਦਿੱਤਾ ਹੈ, ਜਿਸ ਤਰ੍ਹਾਂ ਜਿਹੜੇ ਲੋਕ ਖੂਹ ਲਾਉਂਦੇ ਨੇ ਉਹ ਕੀ ਕਰਦੇ ਨੇ ਕਿ ਦੀਵਾਰ ਬਣਾ ਕੇ ਉਹਦੇ ਥੱਲਿਓਂ ਮਿਸਤਰੀ ਜਾਂ ਲੇਬਰ ਮਿੱਟੀ ਕੱਢੀ ਜਾਂਦੇ ਨੇ, ਮਿੱਟੀ ਕੱਢ ਕੇ ਬਾਹਰ ਸਿੱਟੀ ਜਾਂਦੇ ਨੇ। ਤੇ ਜਿੱਦਾਂ ਜਿੱਦਾਂ ਨੀਂਹ ਦੇ ਥੱਲਿਓਂ ਮਿੱਟੀ ਨਿਕਲਦੀ ਹੈ, ਜਿਹੜੇ ਖੂਹੀਆਂ ਗਾਲਦੇ ਨੇ, ਉੱਦਾਂ ਉੱਦਾਂ ਖੂਹੀ ਜਾਂ ਖੂਹ ਜਿਹੜਾ ਹੁੰਦਾ ਉਹ ਥੱਲੇ ਬਹਿੰਦਾ ਜਾਂਦਾ ਹੈ। ਜਿਹੜੇ ਖੂਹ ਡੂੰਘਾ ਕਰਦੇ ਨੇ ਉਹ ਥੱਲਿਓਂ ਮਿੱਟੀ ਕੱਢ ਕੇ ਬਾਹਰ ਸਿੱਟੀ ਜਾਂਦੇ ਨੇ ਤੇ ਖੂਹ ਡੂੰਘਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਮਨੁੱਖ ਉੱਚਾ ਜਾਣਾ ਚਾਹੁੰਦੇ ਨੇ, ਇੱਟ ਦੇ ਦੀਵਾਰ ਬਣਾਉਂਦੇ ਨੇ, ਇੱਟ ਦੇ ਉੱਤੇ ਇੱਟ ਸਿੱਧੀ ਰੱਖੀ ਜਾਂਦੇ ਨੇ, ਤਾਂ ਨੂੰ ਚੱਕੀ ਜਾਂਦੇ ਨੇ, ਉਹ ਧਰਤੀ ਤੋਂ ਉੱਚੇ ਹੋ ਜਾਂਦੇ ਨੇ, ਬਿਲਡਿੰਗ ਉੱਚੀ ਬਣਾ ਲੈਂਦੇ ਨੇ। ਜਿਹੜੇ ਨੀਵੇਂ ਪਾਸੇ ਨੂੰ ਜਾਂਦੇ ਨੇ ਉਹ ਨੀਵੇਂ ਹੋ ਜਾਂਦੇ ਨੇ, ਜਿਹੜੇ ਉੱਚੇ ਪਾਸੇ ਨੂੰ ਜਾਂਦੇ ਨੇ ਉਹ ਉੱਚੇ ਹੋ ਜਾਂਦੇ ਨੇ। ਤੇ ਠੀਕ ਇਸ ਤਰ੍ਹਾਂ ਇਹ ਜਿਹੜੀ ਕਰਮ ਕਰਨ ਦੀ ਜੀਵਨ ਸੇਧ ਹੈ ਉਹ ਮਿਲਦੀ ਹੈ ਸਤਸੰਗ ਵਿੱਚੋਂ। ਜੇ ਮਾੜੀ ਸੰਗਤ ਹੋ ਗਈ ਤੇ ਮਨੁੱਖ ਦੇ ਜਿਹੜੇ ਕਰਮ ਨੇ ਉਹ ਮਾੜੇ ਹੋ ਜਾਣਗੇ, ਉਹ ਨੀਵੇਂ ਪਾਸੇ ਨੂੰ ਚੱਲ ਜਾਏਗਾ। ਤੇ ਜੇ ਸੰਗਤ ਅੱਛੀ ਹੋ ਗਈ ਤੇ ਮਨੁੱਖ ਦੇ ਜਿਹੜੇ ਕਰਮ ਨੇ ਉਹ ਨਿਰਮਲ ਹੋ ਗਏ ਤੇ ਇਨਸਾਨ ਬਣ ਜਾਏਗਾ, ਹੋਰ ਨਿਰਮਲ ਹੋ ਗਏ ਤੇ ਉਹ ਭਗਵਾਨ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋ ਜਾਏਗਾ। ਤੇ ਇਹ ਜਿਹੜੀ ਸਾਰੀ ਜੀਵਨ ਸੇਧ ਹੈ ਇਹ ਮਿਲਦੀ ਹੈ ਸਤਸੰਗ ਵਿੱਚੋਂ। ਹੁਣ ਮੈਂ ਬੇਨਤੀ ਕਰਾਂਗਾ ਸੰਤ ਸਵਰਨ ਸਿੰਘ ਜੀ ਨੂੰ, ਜੋ ਅੱਜ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਪਹਿਲਾਂ ਉਹਦਾ ਪੂਰਾ ਪਾਠ ਸਰਵਣ ਕਰਾਉਂਦੇ ਨੇ, ਫਿਰ ਤੁਸ਼ ਬੁੱਧੀ ਅਨੁਸਾਰ ਆਪਾਂ ਉਹਦੀ ਥੋੜ੍ਹੀ ਥੋੜ੍ਹੀ ਵਿਚਾਰ ਕਰਾਂਗੇ। ਹੁਣ ਸੰਤ ਸਵਰਨ ਸਿੰਘ ਜੀ।
ਸੂਹੀ ਮਹੱਲਾ ਪੰਜਵਾ। ਸਾਧ ਸੰਗ ਤਰੇ ਭੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਭ ਬਿਨਸੈ। ਗੁਰ ਪੂਰੇ ਮਿਲ ਪਾਪ ਤਜਾਇਨ ਰਹਾਉ। ਜੀਵਨ ਪਦਵੀ ਹਰ ਕਾ ਨਾਮ, ਮਨ ਤਨ ਨਿਰਮਲ ਸਾਥ ਸੁਆਮ। ਆਠ ਪਹਿਰ ਪਾਰ ਬ੍ਰਹਮ ਧਿਆਈਐ, ਪੂਰਬ ਲਿਖਤ ਹੋਏ ਤਾਂ ਪਾਈਐ। ਸ਼ਰਨ ਪਏ ਜਪ ਦੀਨ ਦਇਆਲਾ, ਨਾਨਕ ਜਾਂਚੈ ਸੰਤਰ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ। ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਸੂਹੀ ਰਾਗ ਵਿੱਚ ਉਹਨਾਂ ਨੇ ਉਚਾਰਨ ਕੀਤੇ ਨੇ। ਸੂਹੀ ਰਾਗ ਤੇ ਟੋਡੀ ਰਾਗ ਤੇ ਤਨਾਸਰੀ ਰਾਗ, ਇਹ ਤਿੰਨ ਰਾਗ ਜਿਹੜੇ ਨੇ, ਇਹਨਾਂ ਨੂੰ ਗਾਇਨ ਕਰਨ ਦਾ ਸਮਾਂ ਦਿਨ ਦਾ ਦੂਸਰਾ ਪਹਿਰ ਹੈ। ਸਾਰੀ ਬਾਣੀ ਨੂੰ, ਸਾਰੇ ਰਾਗਾਂ ਨੂੰ ਸਤਿਗੁਰਾਂ ਨੇ ਰਾਗਾਂ ਦੇ ਸਮੇਂ ਨਿਸ਼ਚਿਤ ਕੀਤੇ ਨੇ। ਜਿਸ ਤਰ੍ਹਾਂ ਆਸਾ ਦੀ ਵਾਰ ਦਾ ਸਮਾਂ ਹੈ ਅੰਮ੍ਰਿਤ ਵੇਲਾ। ਰਹਿ ਰਸ ਦਾ ਪਾਠ ਆਪਾਂ ਸ਼ਾਮ ਨੂੰ ਕਰਦੇ ਹਾਂ, ਕੀਰਤਨ ਸੋਲੇ ਦਾ ਪਾਠ ਸੌਣ ਲੱਗੇ। ਤੇ ਇਸੇ ਤਰ੍ਹਾਂ ਜਿਹੜਾ ਇਹ ਸੂਹੀ ਰਾਗ ਹੈ, ਇਹ ਦੂਜੇ ਪਹਿਰ ਦਾ ਰਾਗ ਹੈ। ਪਹਿਲਾ ਪਹਿਰ 6 ਤੋਂ 9 ਵਜੇ, ਸਵੇਰ ਦੇ 6 ਵਜੇ ਤੋਂ ਲੈ ਕੇ 9 ਵਜੇ ਤੱਕ, ਤੇ ਦੂਸਰਾ ਪਹਿਰ 9 ਤੋਂ ਲੈ ਕੇ 12 ਵਜੇ ਤੱਕ। ਤੁਸੀਂ ਸੁਣਿਆ ਹੋਵੇਗਾ ਜਿਹੜੇ ਪੁਰਾਣੇ ਬਜ਼ੁਰਗ ਸਨ, ਜਦੋਂ ਆਨੰਦ ਕਾਰਜ ਜਾਂ ਲਾਵਾਂ ਹੋਣੀਆਂ ਹੁੰਦੀਆਂ ਸਨ, ਤੇ ਉਹ ਕਹਿੰਦੇ ਸਨ ਕਿ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਕਰ ਲਓ। ਉਹ ਜ਼ਿਆਦਾ ਲੰਬੀ ਵਿਚਾਰ ਨਹੀਂ ਕਰਦੇ ਸਨ, ਪਰ 12 ਵਜੇ ਤੋਂ ਪਹਿਲਾਂ ਕਰ ਲਓ। ਕਾਰਨ ਕੀ ਸੀ ਕਿ ਜਿਸ ਰਾਗ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਨੇ ਲਾਵਾਂ ਦਾ ਪਾਠ ਉਚਾਰਨ ਕੀਤਾ ਹੈ, ਉਹ ਸੂਹੀ ਰਾਗ ਹੈ। ਤੇ ਸੂਹੀ ਰਾਗ ਦਾ ਜੋ ਸਮਾਂ ਹੈ, ਉਹ ਹੈ ਦਿਨ ਦਾ ਦੂਜਾ ਪਹਿਰ, 9 ਤੋਂ ਲੈ ਕੇ 12 ਵਜੇ ਤੱਕ। ਤੇ ਜਿਹੜੇ ਗ੍ਰੰਥੀ ਸਿੰਘ, ਗੁਰਮੁਖ ਜਨ, ਪਾਠੀ ਜਨ ਇਸ ਭਾਵ ਨੂੰ ਸਮਝਦੇ ਨੇ, ਤੇ ਜਦੋਂ ਖੁਸ਼ੀ ਦੇ ਅਖੰਡ ਪਾਠਾਂ ਦੀ ਸੰਪੂਰਨਤਾ ਹੁੰਦੀ ਹੈ, ਤੇ ਉਹ ਜ਼ਿਆਦਾ ਜਿਹੜੇ ਹੁਕਮਨਾਮੇ ਨੇ ਉਹ ਤਨਾਸਰੀ ਵਿੱਚੋਂ, ਟੋਡੀ ਵਿੱਚੋਂ ਤੇ ਸੂਹੀ ਵਿੱਚੋਂ ਲੈਂਦੇ ਨੇ। ਕਿਉਂਕਿ ਇਸ ਟਾਈਮ ਦਾ ਜਿਹੜਾ ਰਾਗ ਹੈ ਉਹ ਇਹ ਹੈ। ਇਸ ਕਰਕੇ ਕਈਆਂ ਨੂੰ ਸ਼ੰਕਾ ਵੀ ਹੋ ਜਾਂਦੀ ਹੈ ਕਿ ਇਹਦੇ 'ਚੋਂ ਹੀ ਹੁਕਮਨਾਮੇ ਕਿਉਂ ਲੈ ਜਾਂਦੇ ਨੇ। ਬਾਕੀ ਬਾਣੀ ਵੀ ਤੇ ਬਹੁਤ ਹੈ, ਪਰ ਕਹਿਣ ਦਾ ਭਾਵ ਹੈ ਕਿ ਜੋ ਸਤਿਗੁਰਾਂ ਨੇ ਮਰਜ਼ਾਦਾ ਚਲਾਈ ਹੈ, ਰਾਗ ਨੂੰ ਗਾਇਨ ਕਰਨ ਦਾ, ਰਾਗ ਦੀ ਬਾਣੀ ਨੂੰ ਪੜ੍ਹਨ ਦਾ ਜੋ ਸਹੀ ਸਮਾਂ ਹੈ, ਉਹ ਸੂਹੀ ਰਾਗ ਦਾ ਇਹੀ ਹੈ। ਸਾਧ ਸੰਗ ਤਰੇ ਭੈ ਸਾਗਰ। ਮਨੁੱਖ ਦੇ ਉੱਤੇ ਸੰਗਤ ਦਾ ਅਸਰ ਹੁੰਦਾ ਹੈ। ਜਿਹੜਾ ਮਨੁੱਖ ਜਿਹੋ ਜੀ ਸੰਗਤ ਕਰਦਾ ਹੈ, ਜੇ ਕੋਈ ਡਾਕਟਰ ਦੀ ਸੰਗਤ ਕਰਦਾ ਹੈ ਤੇ ਉਹਨੂੰ ਵਿਟਾਮਿਨਾਂ ਦਾ, ਗੋਲੀਆਂ ਦਾ, ਟੀਕਿਆਂ ਦਾ ਪਤਾ ਚੱਲ ਜਾਏਗਾ। ਤੇ ਜੇ ਕੋਈ ਮਕੈਨਿਕ ਦੀ ਸੰਗਤ ਕਰਦਾ ਹੈ ਤੇ ਉਹਨੂੰ ਚਾਬੀ ਪਾਨਿਆਂ ਤੇ ਨਟਾਂ ਦੇ ਨੰਬਰਾਂ ਦਾ ਪਤਾ ਚੱਲ ਜਾਂਦਾ। ਕਹਿਣ ਦਾ ਭਾਵ ਕਿ ਜਿਹੋ ਜੀ ਕੋਈ ਸੰਗਤ ਕਰੇਗਾ, ਉਹਦੇ ਵਿਚਾਰ ਉਹੋ ਜਿਹੇ ਬਣ ਜਾਂਦੇ ਨੇ, ਤੇ ਜਿਹੋ ਜਿਹੇ ਵਿਚਾਰ ਬਣ ਗਏ, ਉਹੋ ਜਿਹੇ ਉਸ ਮਨੁੱਖ ਦੇ ਕਰਮ ਹੋ ਜਾਂਦੇ ਨੇ। ਸਾਧ ਸੰਗ ਤਰੇ ਭੈ ਸਾਗਰ।
ਹਰ ਮਨੁੱਖ ਸੰਸਾਰ ਦੇ ਵਿੱਚ ਭੈ ਵਿੱਚ ਹੈ। ਜਿਹੜੇ ਸਾਗਰ ਦੀ ਆਪਾਂ ਜਾਣਦੇ ਹਾਂ, ਸਮੁੰਦਰ ਜਿਹਨੂੰ ਕਹਿੰਦੇ ਆਪਾਂ, ਉਹਦੇ ਵਿੱਚ ਛੱਲਾਂ ਆਉਂਦੀਆਂ ਨੇ। ਛੱਲਾਂ ਦੇ ਵਿੱਚ ਕਈ ਵੱਡੇ ਵੱਡੇ ਮੱਛ-ਕਛ, ਕਈ ਬਲਾਵਾਂ ਹੁੰਦੀਆਂ ਨੇ, ਅਤੇ ਉਹਨੂੰ ਸੰਬੋਧਨ ਕਰਕੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਛੱਲਾਂ ਨੇ। ਸਤਿਗੁਰੂ ਜੀ ਇੱਕ ਜਗ੍ਹਾ ਫਰਮਾਨ ਕਰਦੇ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਕਹਿੰਦੇ ਨੇ ਖੋਹਣ ਦੀ ਬਿਰਤੀ ਨੂੰ, ਹਿੰਸਾ ਕਰਨ ਦੀ ਬਿਰਤੀ ਨੂੰ, ਦੂਸਰੇ ਦੀ ਜਾਇਦਾਦ ਦੱਬਣ ਦੀ ਨੂੰ, ਦੂਸਰੇ ਦਾ ਹੱਕ ਮਾਰਨ ਨੂੰ ਹਿੰਸਾ ਕਹਿੰਦੇ ਨੇ। ਇਹ ਵੀ ਮਨੁੱਖ ਵਿੱਚ ਬਿਰਤੀ ਹੈ, ਅਤੇ ਜੇ ਇਹੋ ਜਿਹੇ ਮਨੁੱਖਾਂ ਦੀ ਬਿਰਤੀਆਂ ਦੀ ਸੰਗਤ ਕਰੇਗਾ ਤਾਂ ਉਹ ਹਿੰਸਕ ਹੋ ਜਾਏਗਾ। ਹੰਸ ਹੇਤ ਕਹਿੰਦੇ ਨੇ ਲਗਾਓ ਨੂੰ। ਜਿੱਦਾਂ ਮਾਂ ਬਾਪ ਦਾ ਬੱਚਿਆਂ ਨਾਲ ਲਗਾਓ ਹੁੰਦਾ ਹੈ, ਪਸ਼ੂਆਂ ਦਾ ਆਪਣੇ ਬੱਚਿਆਂ ਨਾਲ ਲਗਾਓ ਹੁੰਦਾ ਹੈ, ਇਹ ਵੀ ਜਿਹੜਾ ਲਗਾਓ ਕਰੇਗਾ, ਇੱਕ ਜਗ੍ਹਾ ਮਹਾਂਪੁਰਸ਼ ਕਹਿੰਦੇ ਨੇ, ਮੋਹ ਸਗਲ ਵਿਆਧੀ ਕਾ ਮੂਲਾ। ਜਿੰਨੇ ਅਪਰਾਧ ਨੇ, ਜਿੰਨੇ ਪਾਪ ਨੇ, ਉਹਨਾਂ ਸਾਰਿਆਂ ਦਾ ਮੂਲ ਕੀ ਹੈ? ਮੋਹ ਕਰਕੇ ਧਨ ਇਕੱਠਾ ਕੀਤਾ ਜਾਂਦਾ, ਮੋਹ ਕਰਕੇ ਆਪਣੇ ਬੱਚਿਆਂ ਵਾਸਤੇ ਜਾਇਦਾਦ ਬਣਾਈ ਜਾਂਦੀ ਹੈ। ਜਿੰਨੇ ਅਪਰਾਧ ਕੀਤੇ ਜਾਂਦੇ ਨੇ ਉਹ ਮੋਹ ਦੇ ਕਾਰਨ ਕੀਤੇ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹੰਸ ਹੇਤ ਲੋਭ ਵੀ ਕਹਿੰਦੇ ਨੇ ਲਾਲਚ ਨੂੰ, ਲਾਲਚ ਕਰਕੇ ਵੀ ਅਪਰਾਧ ਕੀਤੇ ਜਾਂਦੇ ਨੇ। ਕੋਪ ਕਹਿੰਦੇ ਨੇ ਕ੍ਰੋਧ ਨੂੰ। ਅਤੇ ਜੇ ਲਾਲਚ ਪੂਰਾ ਹੋਣ ਵਿੱਚ ਕੋਈ ਰੁਕਾਵਟ ਹੋਵੇ, ਕਾਮਨਾ ਪੂਰੀ ਹੋਣ ਵਿੱਚ ਕੋਈ ਰੁਕਾਵਟ ਹੋਵੇ, ਅਤੇ ਜਿਹੜੀ ਰੁਕਾਵਟ ਹੁੰਦੀ ਉਹਦੇ 'ਤੇ ਕ੍ਰੋਧ ਆਉਂਦਾ ਹੈ। ਕਹਿਣ ਤੋਂ ਭਾਵ ਕਿ ਜਿਹੋ ਜਿਹੀ ਸੰਗਤ ਹੋ ਗਈ, ਸਾਧ ਸੰਗ। ਸਾਧ ਕਹਿੰਦੇ ਨੇ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਹੈ, ਜਿਹਨੇ ਗੁਰੂ ਦੀ ਮੱਤ ਨੂੰ ਸੁਣ ਕੇ ਕਾਮ, ਕ੍ਰੋਧ, ਹਿੰਸਾ, ਇਹਨਾਂ ਸਾਰੀਆਂ ਵਿਰਤੀਆਂ ਦਾ ਤਿਆਗ ਕਰਕੇ ਅਤੇ ਸਤਿਗੁਰੂ ਦੇ ਹੁਕਮ ਅਨੁਸਾਰ ਚੱਲਣਾ ਦ੍ਰਿੜ ਕਰ ਲਿਆ ਹੈ, ਉਸ ਨੂੰ ਸਾਧ ਕਹਿੰਦੇ ਨੇ। ਸਾਧ ਨਾਮ ਨਿਰਮਲਤਾ ਕੇ ਕਰਮ। ਜਿਨ੍ਹਾਂ ਦੇ ਕਰਮ ਨਿਰਮਲ ਹੋ ਗਏ ਨੇ, ਉਹ ਕਿਸੇ ਨਾਲ ਨਜਾਇਜ਼ ਨਹੀਂ ਕਰਦੇ, ਕਿਸੇ ਦਾ ਹੱਕ ਨਹੀਂ ਦਬਾਉਂਦੇ। ਜਿਹਨੇ ਉਹ ਹੋ ਗਏ ਨੇ, ਜਿਸ ਨੂੰ ਉਹਨਾਂ ਦੀ ਸੰਗਤ ਹੋ ਗਈ, ਅਤੇ ਉਹਨੂੰ ਇਹ ਜਿਹੜਾ ਭੈ ਸਾਗਰ ਹੈ, ਸਾਧ ਸੰਗ ਤਰੇ ਭੈ ਸਾਗਰ, ਅਤੇ ਉਹ ਜਿਹੜਾ ਸੰਸਾਰ ਦਾ ਸਾਗਰ ਹੈ, ਭੈ ਦਾ, ਡਰ ਦਾ, ਉਸ ਨੂੰ ਤਰ ਜਾਂਦਾ ਹੈ। ਹਰ ਹਰ ਨਾਮ ਸਿਮਰ ਰਤਨਾਗਰ। ਤੇ ਜਿਹਨੂੰ ਸਾਧ ਸੰਗ ਕਰਕੇ ਇਹ ਸੋਝੀ ਆ ਗਈ ਕਿ ਮੈਂ ਕਿਹੜੇ ਕੰਮ ਕਰਨੇ ਨੇ, ਉਹਨੂੰ ਇਹ ਸਮਝ ਆ ਜਾਂਦੀ ਕਿ ਕੇਵਲ ਤੇ ਕੇਵਲ ਸੰਸਾਰ ਵਿੱਚ ਪਰਮਾਤਮਾ ਦਾ ਨਾਮ, ਹਰੀ ਦਾ ਨਾਮ ਹੀ ਮੂਲ ਹੈ। ਅਤੇ ਉਹ ਪਰਮਾਤਮਾ ਦਾ ਨਾਮ ਜਪ ਕੇ, ਰਤਨਾਗਰ ਕਹਿੰਦੇ ਨੇ ਰਤਨਾਂ ਦੀ ਖਾਨ। ਸੰਸਾਰ ਦੇ ਵਿੱਚ ਜੇਕਰ ਕੁਝ ਸੰਗ੍ਰਹਿ ਕਰਨ ਵਾਲੀ ਚੀਜ਼ ਹੈ ਤੇ ਉਹ ਹੈ ਪਰਮਾਤਮਾ ਦਾ ਨਾਮ। ਬਾਕੀ ਜਿੰਨੇ ਪਦਾਰਥ ਨੇ, ਜਿੰਨੀਆਂ ਜਾਇਦਾਦਾਂ ਨੇ, ਅੱਜ ਤੱਕ ਕਿਸੇ ਦੇ ਨਾਲ ਨਹੀਂ ਗਈਆਂ। ਕੇਵਲ ਤੇ ਕੇਵਲ ਜੇਕਰ ਦਰਗਾਹ ਦੇ ਵਿੱਚ ਪਰਮਾਤਮਾ ਦੇ ਨਾਲ ਕੋਈ ਕੰਮ, ਮਨੁੱਖ ਦੇ ਨਾਲ ਕੋਈ ਕੰਮ ਆਉਂਦਾ ਹੈ, ਉਹ ਹੈ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ। ਸਿਮਰ ਸਿਮਰ ਜੀਵਾ ਨਾਰਾਇਣ। ਸਿਮਰ ਯਾਦ ਕਰਨ ਦੀ ਜਿਹੜੀ ਸ਼ਕਤੀ ਹੈ, ਸਿਮਰਨ ਕਰਨ ਦਾ ਜਿਹੜਾ ਬਲ ਹੈ, ਉਹ ਕੇਵਲ ਤੇ ਕੇਵਲ ਮਨੁੱਖ ਵਿੱਚ ਹੈ। ਤੇ ਕੀ ਸਿਮਰ ਸਿਮਰ ਜੀਵਾ ਨਾਰਾਇਣ। ਨਾਰਾਇਣ ਕਹਿੰਦੇ ਨੇ ਪਰਮਾਤਮਾ ਨੂੰ। ਇੱਕ ਨਾਰਾਇਣ ਦਾ ਅਰਥ ਹੈ ਪਰਮਾਤਮਾ, ਤੇ ਦੂਸਰਾ ਅਰਥ ਹੈ ਨਾਰਾਇਣ। ਰੈਣ ਕਹਿੰਦੇ ਨੇ ਹਨੇਰੇ ਨੂੰ। ਜਦੋਂ ਹਨੇਰਾ ਹੁੰਦਾ ਹੈ, ਆਪਾਂ ਕਹਿੰਦੇ ਆ ਰਾਤ ਹੀ ਪੈ ਗਈ। ਤੇ ਮਨੁੱਖ ਜੀਵਨ ਵਿੱਚ ਇਹ ਜਿਹੜੀ ਰਾਤ ਹੈ, ਉਹਦੇ 'ਚ ਕੀ ਹੁੰਦਾ ਹੈ ਕਿ ਮਨੁੱਖ ਨੂੰ ਸਹੀ ਦਿਸਦਾ ਨਹੀਂ। ਰਸਤਾ ਨਜ਼ਦੀਕ ਦੂਰ, ਕੋਈ ਆਇਆ, ਰੰਗ ਰੂਪ ਉਹਦਾ ਨਹੀਂ ਦਿਸਦਾ। ਤੇ ਜਿਹੜਾ ਮਨੁੱਖ ਜਨਮ ਹੈ, ਇਹਦੇ ਵਿੱਚ ਹਨੇਰਾ ਹੈ ਅਗਿਆਨ ਦਾ, ਬੇਸਮਝੀ ਦਾ। ਮਨੁੱਖ ਨੂੰ ਸਹੀ ਗਿਆਨ ਨਹੀਂ, ਇਸ ਕਰਕੇ ਇਹ ਗਲਤ ਕਰਮ ਕਰਦਾ ਹੈ। ਤੇ ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜਿਸ ਤਰ੍ਹਾਂ ਨਾਰਾਇਣ, ਰੈਣ ਜਿਹੜੀ ਆ, ਜਦੋਂ ਉਦੋਂ ਅੱਗੇ ਨਾ ਲੱਗ ਜਾਏ ਤੇ ਹਨੇਰਾ ਨਹੀਂ ਰਹਿੰਦਾ। ਨਾ ਰਹਿਣ, ਜਿੱਦਾਂ ਕੋਈ ਕੰਮ ਨਾ ਕਰਨਾ ਹੋਵੇ ਤਾਂ ਉਹਨੂੰ ਆਪਾਂ ਕਹਿੰਦੇ ਨਹੀਂ, ਮਤਲਬ ਨੰਨਾ ਅੱਗੇ ਲੱਗ ਗਿਆ
ਤੇ ਉਹ ਜਿਹੜਾ ਰਹਿਣ ਹੈ ਉਹ ਹਨੇਰਾ ਨਹੀਂ ਰਹਿੰਦਾ। ਤੇ ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹਦੇ ਜੀਵਨ ਦੇ ਵਿੱਚ ਅਗਿਆਨ ਨਹੀਂ ਰਹਿੰਦਾ, ਬੇਸਮਝੀ ਨਹੀਂ ਰਹਿੰਦੀ। ਜਿਸ ਨੂੰ ਬਾਣੀ ਹਿਰਦੇ ਤੇ ਵਸ ਜਾਂਦੀ ਹੈ, ਬਾਣੀ ਦੀ ਸਮਝ, ਬਾਣੀ ਦੀ ਵਿਚਾਰ ਜਿਸ ਮਨੁੱਖ ਦੇ ਹਿਰਦੇ ਤੇ ਵਸ ਜਾਂਦੀ ਹੈ, ਉਹ ਜਿਹੜਾ ਕਰਮ ਕਰਦਾ ਹੈ ਉਹਨੂੰ ਸਾਰੇ ਕਰਮ, ਆਪਣਾ ਹੱਕ ਤੇ ਨਿਹੱਕ, ਆਪਣਾ ਫਰਜ਼ ਤੇ ਅਧਿਕਾਰ, ਸਭ ਗੱਲਾਂ ਦੀ, ਸਭ ਵਿਹਾਰ ਦੀ ਸਮਝ ਆ ਜਾਂਦੀ ਹੈ ਤੇ ਉਹਦਾ ਕੀਤਾ ਹੋਇਆ ਹਰ ਕੰਮ ਜਿਹੜਾ ਹੈ ਉਹ ਨਿਰਮਲ ਹੁੰਦਾ ਹੈ। ਦੁਖ ਰੋਗ ਸੋਗ ਸਭ ਬਿਨਸੈ, ਗੁਰ ਪੂਰੇ ਮਿਲ ਪਾਪ ਤਜਾਇਨ ਰਹਾਉ। ਤੇ ਜਦੋਂ ਮਨੁੱਖ ਸਹੀ ਸਮਝ ਦੇ ਨਾਲ ਕੰਮ ਕਰਦਾ ਹੈ ਤੇ ਉਹਦੀ ਜ਼ਿੰਦਗੀ 'ਚ ਜਿਹੜੇ ਦੁੱਖ ਨੇ, ਜਿਹੜੀਆਂ ਪਰੇਸ਼ਾਨੀਆਂ ਨੇ, ਦੁੱਖ ਮਾਨਸਿਕ ਦੁੱਖ, ਸਰੀਰਕ ਦੁੱਖ, ਜਿਹੜੇ ਰੋਗ ਨੇ ਉਹ ਸਰੀਰ ਨੂੰ ਹੁੰਦੇ ਨੇ ਤੇ ਜਿਹੜੇ ਦੁੱਖ ਨੇ ਉਹ ਮਾਨਸਿਕ ਮਨ ਨੂੰ ਹੁੰਦੇ ਨੇ। ਤੇ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ, ਸੋਗ, ਉਦਾਸੀ, ਮਨ ਨੂੰ ਚਿੰਤਾ, ਭੈ ਰਹਿਣਾ, ਉਹ ਸਾਰੇ ਜਿਹੜੇ ਨੇ ਉਹ ਸਭ ਦੂਰ ਹੋ ਜਾਂਦੇ। ਦੁਖ ਰੋਗ ਸੋਗ ਸਭ ਬਿਨਸੇ, ਗੁਰ ਪੂਰੇ ਮਿਲ ਪਾਪ ਤਜਾਇਨ। ਤੇ ਜਦੋਂ ਉਹ ਗੁਰੂ ਦੀ ਮੱਤ, ਗੁਰੂ ਦੇ ਹੁਕਮ, ਗੁਰੂ ਦੀ ਹਜ਼ੂਰੀ ਵਿੱਚ ਵਸਦਾ ਹੈ ਤੇ ਉਹਦੇ ਜਿਹੜੇ ਪਾਪ ਨੇ, ਜਿਨ੍ਹਾਂ ਕਰਕੇ ਪੂਰਬਲੇ ਕਰਮਾਂ ਕਰਕੇ ਸਾਨੂੰ ਦੁੱਖ ਸੁੱਖ ਆਉਂਦੇ ਨੇ, ਉਹ ਸਾਰੇ ਤਿਆਗ ਦਿੰਦਾ ਹੈ। ਅੱਗੇ ਤੋਂ ਉਹ ਨਿਰਮਲ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਜੀਵਨ ਪਦਵੀ ਹਰ ਕਾ ਨਾਮ, ਜੋ ਜੀਵਨ ਦੀ ਰਾਸ ਹੈ, ਬਾਕੀ ਕਰਮ ਸਤਿਗੁਰੂ ਜੀ ਕਹਿੰਦੇ ਨੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾ, ਮਿਲ ਸਾਧ ਸੰਗਤ ਭਜ ਕੇਵਲ। ਜੀਵਨ ਦੀ ਪਦਵੀ ਜਿਹੜੀ ਹੈ, ਜੀਵਨ ਦੇ ਮਨੁੱਖਤਾ ਦੀ ਜਿਹੜੀ ਸ੍ਰੇਸ਼ਟਤਾ ਹੈ, ਉਹ ਹੈ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਪਣਾ। ਮਨ ਤਨ ਨਿਰਮਲ ਸਾਚ ਸਵਾਲ। ਨਾਮ ਨੂੰ ਜਪ ਕੇ, ਗੁਰਮਤਿ ਦੀ ਜੋ ਵਿਚਾਰ ਹੈ ਕਿ ਨਾਮ ਨੂੰ ਜਪ ਕੇ ਮਨੁੱਖ ਦਾ ਜਿਹੜਾ ਮਨ ਹੈ, ਮਨ ਤੇ ਤਨ, ਤਨ ਨਿਰਮਲ ਹੁੰਦਾ ਹੈ ਪਾਣੀ ਨਾਲ ਤੇ ਮਨ ਨਿਰਮਲ ਹੁੰਦਾ ਹੈ ਸਤਿਗੁਰੂ ਦੀ ਬਾਣੀ ਨੂੰ, ਸਤਿਗੁਰੂ ਦੇ ਵਿਚਾਰਾਂ ਨੂੰ ਸੁਣ ਕੇ। ਜਿਹੜੇ ਮਨ ਦੇ ਪਾਪ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਤਿਆਗ ਕਰਕੇ ਜਦੋਂ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ ਤੇ ਉਹ ਫਿਰ ਸੁਖੀ ਹੋ ਜਾਂਦਾ। ਮਨ ਤਨ ਨਿਰਮਲ ਸੱਚ ਸੁਭਾਅ, ਉਹਦਾ ਜੀਵਨ ਸੱਚਾ ਤੇ ਸੁੰਦਰ ਹੋ ਜਾਂਦਾ ਹੈ। ਆਠ ਪਹਿਰ ਪਾਰ ਬ੍ਰਹਮ ਧਿਆਈਐ, ਅਬਨਾਸੀ ਜੀਵਨ ਕੋ ਦਾਤਾ। ਮਨੁੱਖ ਨੂੰ ਸਿਮਰਨ ਕਰਨ ਦੀ, ਯਾਦ ਕਰਨ ਦਾ ਬਲ ਹੈ। ਤੇ ਕਿਸ ਨੂੰ ਬਲ ਕਰੇ? ਜੇ ਆਪਾਂ ਨਾਸਵਾਨ ਨੂੰ ਯਾਦ ਕਰਾਂਗੇ ਤੇ ਨਾਸਵਾਨ ਨਾਲ ਜੁੜਾਂਗੇ, ਤੇ ਜੇ ਪਰਮਾਤਮਾ ਨੂੰ, ਅਬਨਾਸੀ ਨੂੰ ਜਾਂ ਪਾਰ ਬ੍ਰਹਮ ਨੂੰ ਯਾਦ ਕਰਾਂਗੇ ਤੇ ਆਪਾਂ ਪਰਮਾਤਮਾ ਨੂੰ ਜੁੜਾਂਗੇ, ਪਰਮਾਤਮਾ ਦੇ ਨਾਲ ਜੁੜ ਜਾਵਾਂਗੇ। ਪੂਰਬ ਲਿਖਤ ਹੋਏ ਤਾਂ ਪਾਈਐ, ਇਹ ਕੰਮ ਤਦ ਹੋ ਸਕਦਾ ਹੈ ਜੇਕਰ ਪੂਰਬਲੇ ਕਰਮ, ਜਿਹੜੇ ਅਸੀਂ ਅੱਜ ਤੋਂ ਪਹਿਲਾਂ ਕਰਮ ਕੀਤੇ ਨੇ, ਉਹ ਚੰਗੇ ਹੋਣਗੇ। ਜਿਹੜੇ ਆਹ ਕਰਮ ਨੇ ਕੁਝ ਸਮੇਂ ਬਾਅਦ ਪੁਰਾਣੇ ਹੋ ਜਾਣੇ। ਜਿਹੜੇ ਮਨੁੱਖ ਦਾ ਜਨਮ ਹੈ ਉਹ ਪੂਰਬਲੇ ਕਰਮਾਂ ਕਰਕੇ ਹੁੰਦਾ। ਜਿਸ ਜੀਵ ਦੇ, ਜਿਨ੍ਹਾਂ ਜੀਵਾਂ ਦੇ ਨਾਲ ਲੈਣ ਦੇਣ ਦੇ ਸੰਬੰਧ ਹੁੰਦੇ ਨੇ, ਦੁੱਖ ਸੁੱਖ ਦੇ ਸੰਬੰਧ ਹੁੰਦੇ ਨੇ, ਉਹਨਾਂ ਪਰਿਵਾਰਾਂ ਵਿੱਚ, ਉਸ ਇਲਾਕੇ ਦੇ ਵਿੱਚ ਉਹਦਾ ਜਨਮ ਹੁੰਦਾ ਹੈ। ਤੇ ਜਿਹੜੇ ਬਚਪਨ ਵਿੱਚ ਉਸ ਨੂੰ ਸੁੱਖ ਦੁੱਖ ਮਿਲਦੇ ਨੇ, ਉਹ ਜੀਵ ਦੇ ਪੂਰਬਲੇ ਹੀ ਹੁੰਦੇ ਨੇ। ਤੇ ਜਿੱਦਾਂ ਜਿੱਦਾਂ ਸਰੀਰ ਦਾ ਆਕਾਰ ਹੁੰਦਾ ਹੈ, ਉਹ ਜਵਾਨ ਹੁੰਦਾ ਹੈ ਤੇ ਨਵੇਂ ਕਰਮ ਚਾਹ ਕੇ ਕਰਦਾ ਹੈ। ਕੁਝ ਪੂਰਬਲੇ ਕਰਮਾਂ ਦਾ ਜਨਮ ਹੁੰਦਾ ਸੰਜੋਗ, ਤੇ ਕੁਝ ਉਹ ਚਾਹ ਕੇ, ਉਮੰਗ ਕਰਕੇ, ਕਾਮਨਾ ਕਰਕੇ ਕਰਮ ਕਰਦਾ ਹੈ। ਉਹ ਫਿਰ ਅਗਲੇ ਜਨਮ ਵਾਸਤੇ ਬੀਜ ਬਣਦੇ ਨੇ। ਇਸ ਕਰਕੇ ਪੂਰਬ ਲਿਖਤ ਹੋਏ ਤਾਂ ਪਾਈਐ। ਜੇਕਰ ਇਹ ਪਰਮਾਤਮਾ ਦੀ ਜਿਹੜੇ ਨਾਮ ਜਪ ਦੀ ਸੰਗਤ ਹੈ, ਇਹ ਪੂਰਬਲੇ ਕਰਮ ਅੱਛੇ ਹੋਣ ਤਾਂ ਪ੍ਰਾਪਤ ਹੁੰਦੀ ਹੈ। ਸਰਣ ਪਏ ਜਪ ਦੀਨ ਦਇਆਲਾ। ਸਤਿਗੁਰੂ ਜੀ ਬੇਨਤੀ ਦੇ ਰੂਪ ਵਿੱਚ ਫਰਮਾਨ ਕਰਦੇ ਨੇ ਕਿ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਅਸੀਂ ਉਸ ਪ੍ਰਭੂ ਪਰਮਾਤਮਾ ਜੋ ਦੀਨ
ਗਰੀਬ, ਮਜਬੂਰ, ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਅਸੀਂ ਉਹਦੀ ਸ਼ਰਨ ਪਏ ਹਾਂ, ਅਤੇ ਜਿਸ ਦੀ ਸ਼ਰਨ ਪੈ ਜਾਈਏ, ਸ਼ਰਨ ਹੁੰਦਾ ਕਿਸੇ ਦੇ ਆਸਰੇ ਹੋ ਜਾਣਾ। ਜਿਸ ਤਰ੍ਹਾਂ ਆਪਾਂ ਕੋਈ ਨੌਕਰ ਰੱਖਿਆ ਹੋਏ ਦੋ, ਇੱਕ ਨੌਕਰ ਆਪਣੇ ਕੋਲ ਤਨਖਾਹ ਲੈਂਦਾ ਹੋਵੇ ਅਤੇ ਦੂਸਰਾ ਤਨਖਾਹ ਨਾ ਲੈਂਦਾ ਹੋਵੇ, ਉਹ ਗੋਲਾ ਬਣ ਕੇ ਰਹਿੰਦਾ ਹੋਵੇ। ਜਿਹੜਾ ਤਨਖਾਹ ਲੈਂਦਾ ਹੈ ਉਹਨੇ ਕੰਮ ਕੀਤਾ ਅਤੇ ਆਪਦੇ ਘਰੇ ਚਲੇ ਗਿਆ, ਉਹਦਾ ਆਪਾਂ ਨੂੰ ਓਨੀ ਚਿੰਤਾ ਨਹੀਂ ਹੁੰਦੀ। ਅਤੇ ਜਿਹੜਾ ਨੌਕਰ ਕੰਮ ਕਰਦਾ ਹੈ, ਤਨਖਾਹ ਨਹੀਂ ਲੈਂਦਾ, ਉੱਥੇ ਹੀ ਰਹਿੰਦਾ ਹੈ, ਵੇਲੇ ਵੇਲੇ ਕੰਮ ਕਰੇ, ਲੋੜ ਪਏ ਤਦ ਵੀ ਕੰਮ ਕਰਦਾ ਹੈ, ਗੋਲਿਆਂ ਦੀ ਤਰ੍ਹਾਂ ਜਾਂ ਪ੍ਰੇਮੀਆਂ ਦੀ ਤਰ੍ਹਾਂ। ਅਤੇ ਜਦੋਂ ਉਹਨੂੰ ਕੋਈ ਦੁੱਖ ਸੁੱਖ ਹੋ ਜਾਏ ਜਾਂ ਉਹਦੇ ਪਰਿਵਾਰ ਵਿੱਚ ਹੋ ਜਾਏ, ਅਤੇ ਜਿਹਦੇ ਕੋਲ ਉਹ ਰਹਿੰਦਾ ਹੈ ਉਹਨੂੰ ਸ਼ਰਮ ਹੁੰਦੀ ਹੈ ਕਿ ਮੇਰੇ ਕੋਲ ਰਹਿੰਦਾ ਹੈ ਅਤੇ ਇਸ ਦਾ ਜਿਹੜਾ ਦੁੱਖ ਸੁੱਖ ਹੈ ਉਹ ਮੈਂ ਹੀ ਨਜਿੱਠਣਾ ਹੈ। ਅਤੇ ਠੀਕ ਇਸ ਤਰ੍ਹਾਂ ਆਪਣੀ ਤਾਕਤ, ਆਪਣਾ ਬਲ ਬਹੁਤ ਥੋੜ੍ਹਾ ਹੈ, ਪਰ ਜੋ ਪਰਮਾਤਮਾ ਹੈ ਉਹਦਾ ਅਨੰਤ ਬਲ ਹੈ, ਉਹਦਾ ਕੋਈ ਪਾਰਾਵਾਰ ਹੀ ਨਹੀਂ ਕਿ ਉਹਦੇ ਕੋਲ ਕਿਤਨੀ ਸ਼ਕਤੀ ਹੈ, ਕਿਤਨਾ ਬਲ ਹੈ। ਅਤੇ ਜਿਹੜਾ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਪੈ ਜਾਂਦਾ, ਉਸ ਦੇ ਜਿਹੜੇ ਸਾਰੇ ਦੁੱਖ ਨੇ, ਪਰੇਸ਼ਾਨੀਆਂ ਨੇ, ਉਹ ਪਰਮਾਤਮਾ ਦੂਰ ਕਰ ਦਿੰਦਾ ਹੈ। ਨਾਨਕ ਜਾਚੈ ਸੰਤਰ ਵਾਲਾ। ਤੇ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮੈਂ ਐਸੇ ਮਨੁੱਖਾਂ ਦੀ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਹੈ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਨੇ, ਉਹਦੇ ਹੁਕਮ ਅਨੁਸਾਰ ਕਰਮ ਕਰਦੇ ਨੇ, ਮੈਨੂੰ ਉਹਨਾਂ ਦੀ ਸੰਗਤ, ਉਹਨਾਂ ਦੀ ਚਰਨ ਧੂੜੀ ਬਖਸ਼ਿਸ਼ ਕਰੋ। ਜੋ ਅੱਜ ਦੇ ਹੁਕਮਨਾਮੇ ਦੀ ਤੁਸ਼ ਬੁੱਧੀ ਅਨੁਸਾਰ ਸਾਂਝੇ ਕਰਨ ਦੇ ਵਿਚਾਰ ਸਾਂਝੇ ਕਰਨ ਦਾ ਯਤਨ ਕੀਤਾ ਹੈ, ਇਸ ਵਿੱਚ ਬਹੁਤ ਕਮੀਆਂ ਨੇ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਅਤੇ ਜਿੰਨੀ ਕਿਸੇ ਨੂੰ ਪਰਮਾਤਮਾ ਨੇ ਸਮੱਤ ਦਿੱਤੀ ਹੈ, ਸਮਝ ਦਿੱਤੀ ਹੈ, ਉਹਨਾਂ ਉਹ ਵਿਚਾਰ ਕਰਨ ਦਾ ਯਤਨ ਕਰਦਾ ਹੈ। ਅਤੇ ਜੋ ਰੂਟੀਨ ਦੀ ਹੈ, ਜਿਸ ਤਰ੍ਹਾਂ ਪਾਠਾਂ ਦੇ ਜੋ ਇਸ ਲੜੀ ਵਿੱਚ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਪਾਠ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਰੂਟੀਨ ਵਿੱਚ ਉਹਨਾਂ ਨੂੰ ਸਰੋਪਾਏ ਦੀ ਬਖਸ਼ਿਸ਼ ਹੋਣੀ ਹੈ। ਅਤੇ ਇੱਥੇ ਹੀ ਮੈਂ ਸਮਾਪਤੀ ਕਰਦਾ ਹਾਂ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸੰਪੂਰਨਤਾ ਹੈ। ਆਠ ਪਹਿਰ ਪਾਰ ਬ੍ਰਹਮ ਧਿਆਈਐ, ਪੂਰਬ ਲਿਖਤ ਹੋਏ ਤਾਂ ਪਾਈਐ, ਸਰਨ ਪਾਏ ਜਪ ਦੀਨ ਦਿਆਲਾ, ਨਾਨਕ ਜਾਚੈ ਸੰਤਰ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਬਾਬਾ ਗੁਰਮੇਜ ਸਿੰਘ ਜੀ, ਬਾਬਾ ਗੇਜਾ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਜਿਹੜਾ ਸਤਿਗੁਰਾਂ ਨੇ ਸਾਡੇ ਸਾਰਿਆਂ ਦੇ ਝੋਲੀ ਦੇ ਵਿੱਚ ਪਾਇਆ, ਉਹਦੇ ਬੜੀ ਸੰਖੇਪ ਰੂਪ ਵਿੱਚ ਬੜੀ ਸੋਹਣੀ ਤਰੀਕੇ ਦੇ ਨਾਲ ਸਾਨੂੰ ਕਥਾ ਵਿਆਖਿਆ ਸੁਣਾਈ ਹੈ। ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ। ਅੱਜ ਦੇ ਇਸ ਮਹਾਨ ਗੁਰਮਤਿ ਸਮਾਗਮ ਦੇ ਅੰਦਰ ਕਰਨਾਲ ਤੋਂ ਧੰਨ ਧੰਨ ਬਾਬਾ ਅਮਰ ਸ਼ਹੀਦ ਬਾਬਾ ਜੰਝ ਸਿੰਘ ਜੀ ਮਹਾਰਾਜ, ਉਹਨਾਂ ਦੀਆਂ ਸੇਵਾ ਕਮਾਉਣ ਵਾਲੇ ਮਹਾਂਪੁਰਸ਼ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਅੱਜ ਇਸ ਗੁਰਮਤਿ ਸਮਾਗਮ ਦੇ ਅੰਦਰ ਜਿਹੜਾ ਮਹਾਨ ਗੁਰਮਤਿ ਸਮਾਗਮ ਮਨਾਇਆ ਜਾ ਰਿਹਾ ਇਸ ਸਥਾਨ ਤੇ ਬਾਬਾ ਕਸ਼ਮੀਰਾ ਸਿੰਘ ਜੀ ਪਹੁੰਚੇ ਹਨ। ਬਹੁਤ ਬਹੁਤ ਜੀ ਆਇਆਂ ਨੂੰ, ਜੀ ਆਇਆਂ ਨੂੰ। ਸੰਤ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਤੋਂ ਪਹੁੰਚੇ ਹਨ, ਜੀ ਆਇਆਂ ਨੂੰ, ਜੀ ਆਇਆਂ ਨੂੰ। ਹੁਣ ਗੁਰੂ ਕੀ ਸੰਗਤ ਜੀਓ, ਸੰਤ ਬਾਬਾ ਅਮਰਜੀਤ ਸਿੰਘ ਜੀ ਬਾਬਾ ਜੀ ਦਾਤੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦਾ ਅਥਾਹ ਪ੍ਰੇਮ ਬਾਬਾ ਜੀ ਨਾਲ, ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਨਾਲ ਅਥਾਹ ਦਾ ਪ੍ਰੇਮ ਸੀ। ਉਸ ਪਿਆਰ ਨੂੰ ਨਿਭਾਉਂਦੇ ਹੋਏ ਬਾਬਾ ਜੀ ਦਰਸ਼ਨ ਦਿੰਦੇ ਹਨ। ਜੀ ਆਇਆਂ ਨੂੰ, ਜੀ ਆਇਆਂ ਨੂੰ। ਹੁਣ ਜਿਨ੍ਹਾਂ ਸਤਸੰਗੀਆਂ ਨੇ ਚੌਥੀ ਲੜੀ ਦੇ ਅੰਦਰ ਅਖੰਡ ਪਾਠ ਸਾਹਿਬ ਰਖਵਾਏ ਸਨ, ਉਹਨਾਂ ਦੇ ਨਾਮ ਲਿੱਤੇ ਜਾਣਗੇ। ਆ ਕੇ ਸਿਰਪਾਉ ਦੀ ਬਖਸ਼ਿਸ਼ ਸੰਤ ਬਾਬਾ ਗੁਰਮੇਜ ਸਿੰਘ ਜੀ, ਸੰਤ ਬਾਬਾ ਅਮਰਜੀਤ ਸਿੰਘ ਜੀ, ਬਾਬਾ ਭੋਲਾ ਜੀ, ਬਾਬਾ ਤਰਲੋਚਨ ਸਿੰਘ ਜੀ, ਬਾਬਾ ਅਜਮੇਰ ਸਿੰਘ ਜੀ ਆ ਕੇ ਸਿਰਪਾਉ ਦੀ ਬਖਸ਼ਿਸ਼ ਸੰਗਤ ਨੂੰ ਦੇਣਗੇ। ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਦੇ ਵਿੱਚ
ਸੰਗਤਾਂ ਨੇ ਪਾਠ ਕਰਾਇਆ ਹੈ। ਸਰਦਾਰ ਜਸਵਿੰਦਰ ਸਿੰਘ ਜੀ ਪ੍ਰਭਸ਼ਰਨ ਕੌਰ ਮਲੇਸ਼ੀਆ ਤੋਂ, ਸਰਦਾਰ ਸੰਦੀਪ ਸਿੰਘ ਜੀਵਨਾ ਕੌਰ ਥਾਈਲੈਂਡ ਤੋਂ, ਸਰਦਾਰ ਇਸ਼ਪਾਲ ਸਿੰਘ ਜੀ ਸਰੀਨਾ ਕੌਰ ਸਿੰਗਾਪੁਰ ਤੋਂ, ਮਹਿਮਾ ਕੌਰ ਮਲੇਸ਼ੀਆ ਤੋਂ, ਹਰਪ੍ਰੀਤ ਸਿੰਘ ਮਲਹੋਤਰਾ ਦਿੱਲੀ ਤੋਂ ਆ ਕੇ ਸਿਰਪਾਉ ਦੀ ਬਖਸ਼ਿਸ਼ ਲੈਣ। ਸਰਦਾਰ ਨਰਿੰਦਰ ਸਿੰਘ ਜੀ ਸਨ ਆਫ ਸਵਰਗੀ ਸਰਦਾਰ ਕਿਰਪਾਲ ਸਿੰਘ ਜੀ ਲਾਗਰ, ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਆਇਆ ਹੋਵੇ ਸਿਰਪਾਉ ਦੀ ਬਖਸ਼ਿਸ਼। ਸਰਦਾਰ ਮੁਖਤਿਆਰ ਸਿੰਘ ਜੀ ਸਰਸਾ ਤੋਂ, ਏਕਮਪ੍ਰੀਤ ਕੌਰ, ਸਰਦਾਰ ਨਿਰਵੈਰ ਸਿੰਘ ਜੀ ਰੈਣ ਖੇੜੀ ਤੋਂ, ਸਰਦਾਰ ਗੁਰਬੂਟ ਸਿੰਘ ਜੀ ਸੰਧੂ, ਰਿਸ਼ੀ ਤੇ ਬਾਨੀ ਬੜੌਦਾ ਤੋਂ, ਸਵਰਗੀ ਨਰਿੰਦਰ ਸਿੰਘ ਜੀ ਅਸੰਤ ਫੌਜੀ ਸਾਹਿਬ, ਸਰਦਾਰ ਮਨਿੰਦਰ ਸਿੰਘ ਜੀ ਕੈਨੇਡਾ ਤੋਂ, ਉਹਨਾਂ ਦੇ ਪਰਿਵਾਰ ਵਿੱਚੋਂ ਮਾਤਾ ਜੀ ਆਏ ਹੋਣ, ਸਿਰਪਾਉ ਦੀ ਬਖਸ਼ਿਸ਼ ਲੈ ਲੈਣ। ਗੁਰਸ਼ਬਦ ਸਿੰਘ ਜੀ ਚਿੰਡਾ ਆ ਕੇ ਸਿਰਪਾਉ ਦੀ ਬਖਸ਼ਿਸ਼ ਲੈਣ। ਸਰਦਾਰ ਗੁਰਪਾਲ ਸਿੰਘ ਜੀ, ਸ਼ਰਨਜੀਤ ਸਿੰਘ, ਗੁਰਬਚਨ ਕੌਰ, ਸਰਦਾਰ ਹਜੂਰ ਸਿੰਘ ਜੀ ਪਿੰਡ ਚੱਕਦਾ, ਸਰਦਾਰ ਨਰਿੰਦਰ ਸਿੰਘ ਜੀ ਪਿੰਡ ਡਬਰੀ, ਸਰਦਾਰ ਕੁਲਦੀਪ ਸਿੰਘ ਜੀ USA ਤੋਂ, ਸਰਦਾਰ ਗੁਰਨਾਮ ਸਿੰਘ ਜੀ ਜਲਮਾਣਾ ਤੋਂ, ਸਰਦਾਰ ਤਰਸੇਮ ਸਿੰਘ ਜੀ, ਸਰਦਾਰ ਦਵਿੰਦਰ ਸਿੰਘ ਜੀ ਗਜਲਾਣਾ ਪਿੰਡ ਗਜਲਾਣਾ, ਸਰਦਾਰ ਅਮਰਜੀਤ ਸਿੰਘ ਜੀ ਦਿੱਲੀ ਤੋਂ ਆ ਕੇ ਸਿਰਪਾਉ ਦੀ ਬਖਸ਼ਿਸ਼ ਲੈਣ। ਕਾਕਾ ਗੁਰਬਾਜ ਸਿੰਘ ਜੀ ਦਿੱਲੀ ਤੋਂ, ਕਾਕਾ ਰਮਨਦੀਪ ਸਿੰਘ ਜੀ ਮੱਟੂ USA ਤੋਂ, ਸੰਦੀਪ ਸਿੰਘ ਜੀ ਆਸਟ੍ਰੇਲੀਆ ਤੋਂ, ਸਰਦਾਰ ਰਮਨਜੀਤ ਸਿੰਘ ਹਰਬੰਦਨਾ ਕੌਰ ਬੈਂਕਾਕ ਤੋਂ, ਸਰਦਾਰ ਹਰਪ੍ਰੀਤ ਸਿੰਘ ਜੀ ਪਰਮਜੀਤ ਕੌਰ ਥਾਈਲੈਂਡ ਤੋਂ, ਸਰਦਾਰ ਉਪਦੇਸ਼ ਸਿੰਘ ਜੀ ਬਾਜਵਾ ਬੁੱਢਨਪੁਰ ਤੋਂ, ਬੱਚੀ ਸ਼ਗਨਦੀਪ ਕੌਰ ਆਸਟ੍ਰੇਲੀਆ ਤੋਂ, ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਆਇਆ ਹੋਏ ਸਿਰਪਾਉ ਦੀ ਬਖਸ਼ਿਸ਼ ਲਵੇ। ਦਿਲਪ੍ਰੀਤ ਸਿੰਘ ਜੀ ਬੱਗਾ ਕੈਨੇਡਾ ਤੋਂ, ਵਿਸ਼ਾਲ ਕੇਬਲਸ ਪ੍ਰਾਈਵੇਟ ਲਿਮਿਟਿਡ ਉਲਾਸਨਗਰ ਤੋਂ, ਸਰਦਾਰ ਅਰਸ਼ਦੀਪ ਸਿੰਘ ਸਨ ਆਫ ਸੁਖਵਿੰਦਰ ਸਿੰਘ ਜੀ ਸੰਧੂ ਆ ਕੇ ਸਿਰਪਾਉ ਦੀ ਬਖਸ਼ਿਸ਼ ਲੈਣ। ਜਿਸ ਕਿਸੇ ਦਾ ਨਾਮ ਲਿਖਣ ਵਿੱਚ ਜਾਂ ਬੋਲਣ ਵਿੱਚ ਰਹਿ ਗਿਆ ਹੋਵੇ, ਬਾਅਦ ਜਾ ਕੇ ਸਿਰਪਾਉ ਦੀ ਬਖਸ਼ਿਸ਼ ਲੈ ਸਕਦਾ ਹੈ। ਤੇ ਗੁਰੂ ਕੀ ਸੰਗਤ ਜੀਓ, ਭਾਗਾ ਵਾਲੇ ਹੋ। ਇਸ ਮਹਾਨ ਗੁਰਮਤਿ ਸਮਾਗਮ ਦੇ ਅੰਦਰ ਕਈ ਸੰਗਤਾਂ ਦੂਰ ਦੁਰਾਡਿਆਂ ਤੋਂ ਵੀ ਦਰਸ਼ਨ ਕਰ ਰਹੀਆਂ ਹਨ, ਉਹ ਵੀ ਭਾਗਾਂ ਵਾਲੀਆਂ ਹਨ।